हेलो स्टूडेंट्स, आई एम सुखविंदर फ्रॉम डिपार्टमेंट ऑफ इकोनॉमिक्स, GGDST कॉलेज हरियाणा हुशियारपुर। ਅੱਜ ਅਸੀਂ ਕਰਨ ਜਾ ਰਹੇ ਹਾਂ ਨਵਾਂ ਟੌਪਿਕ ਸ਼ੁਰੂ ਕਰਾਂਗੇ, ਬੈਲੈਂਸ ਆਫ ਪੇਮੈਂਟ, ਭੁਗਤਾਨ ਸੰਤੁਲਨ ਜਿਸ ਨੂੰ ਅਸੀਂ ਕਹਿੰਦੇ ਆ। ਕਰਾਂਗੇ ਇਸ ਦਾ ਮੀਨਿੰਗ, ਇਹਦੇ ਫੀਚਰਸ, ਇਹਦੇ ਪਾਰਟਸ, ਤੇ ਉਸ ਤੋਂ ਬਾਅਦ ਇੱਕ ਟੌਪਿਕ ਹੋਰ ਜਿਹੜਾ ਨਾਲ ਹੀ ਕਰਨਾ ਅੱਜ ਅਸੀਂ, ਡਿਫਰੈਂਸ ਬਿਟਵੀਨ ਬੈਲੈਂਸ ਆਫ ਟ੍ਰੇਡ ਤੇ ਬੈਲੈਂਸ ਆਫ ਪੇਮੈਂਟ। ਸਭ ਤੋਂ ਪਹਿਲਾਂ ਤਾਂ ਬੈਲੈਂਸ ਆਫ ਪੇਮੈਂਟ ਦੀ ਗੱਲ ਕਰਦੇ ਹਾਂ। ਬੈਲੈਂਸ ਆਫ ਪੇਮੈਂਟ ਕੀ ਆ? ਪਹਿਲੇ ਟੌਪਿਕਸ ਜਿਹੜੇ ਅਸੀਂ ਕੀਤੇ ਆ ਉਹਦੇ ਵਿੱਚ ਕਿਤੇ ਆਪਾਂ ਇੱਕ ਦੋ ਵਾਰ ਡਿਸਕਸ਼ਨ ਕਰ ਚੁੱਕੇ ਹਾਂ ਕਿ ਬੈਲੈਂਸ ਆਫ ਪੇਮੈਂਟ ਕੀ ਹੁੰਦੀ ਹੈ। ਆਪਾਂ ਕਿਹਾ ਸੀਗਾ ਕਿ ਕਿਸੇ ਦੇਸ਼ ਦੇ ਇੰਪੋਰਟ ਅਤੇ ਐਕਸਪੋਰਟ, ਦੂਸਰੇ ਦੇਸ਼ਾਂ ਨਾਲ ਕੀਤੇ ਗਏ ਇੰਪੋਰਟਸ ਅਤੇ ਐਕਸਪੋਰਟਸ ਦਾ 1 ਈਅਰ ਰਿਕਾਰਡ ਜਿਹੜਾ ਹੁੰਦਾ, ਗੁੱਡਸ ਐਂਡ ਸਰਵਿਸਿਜ਼ ਦੇ ਇੰਪੋਰਟ ਅਤੇ ਐਕਸਪੋਰਟ ਦਾ 1 ਈਅਰ ਰਿਕਾਰਡ ਆ ਜਿਹੜਾ, ਉਹ ਬੈਲੈਂਸ ਆਫ ਪੇਮੈਂਟ ਹੁੰਦਾ। ਬੈਲੈਂਸ ਆਫ ਪੇਮੈਂਟ ਨੂੰ ਭੁਗਤਾਨ ਬਾਕੀ ਕਹਿੰਦੇ ਆ। ਮਤਲਬ ਇਹਦੇ ਵਿੱਚ ਹੁੰਦਾ ਕੀ ਆ ਕਿ ਦੂਸਰੇ ਦੇਸ਼ ਉਹ ਸਾਰੀਆਂ ਪ੍ਰਾਪਤੀਆਂ ਅਤੇ ਭੁਗਤਾਨਾਂ ਦਾ ਵਿਵਰਣ ਹੁੰਦਾ। ਇਹ ਇੱਕ ਦੇਸ਼ ਰਾਹੀਂ ਸੰਸਾਰ ਦੇ ਹੋਰ ਦੇਸ਼ਾਂ ਨਾਲ ਕੀਤੇ ਗਏ ਆਰਥਿਕ ਲੈਣ ਦੇਣ ਦਾ ਰਿਕਾਰਡ ਹੁੰਦਾ। ਇਹ ਲੈਣ ਦੇਣ ਦਾ ਨੰਬਰਸ ਦੇ ਵਿੱਚ ਰਿਕਾਰਡ ਜਿਹੜਾ ਰੱਖਿਆ ਜਾਂਦਾ, ਔਰ ਇਹਦੇ ਵਿੱਚ ਸਾਰੀਆਂ ਆਈਟਮਸ ਜਿਹੜੀਆਂ, ਕਿਉਂਕਿ ਆਪਾਂ ਜਿਹੜਾ ਇੰਪੋਰਟ ਐਕਸਪੋਰਟ ਕਰਦੇ ਹਾਂ ਉਹ ਵਿਜ਼ੀਬਲ ਆਈਟਮਸ ਦਾ, ਇਨਵਿਜ਼ੀਬਲ ਆਈਟਮਸ ਦਾ ਅਤੇ ਕੈਪੀਟਲ ਟਰਾਂਸਫਰਸ ਕਰਦੇ ਹਾਂ। ਇਹ ਸਾਰਿਆਂ ਦਾ ਰਿਕਾਰਡ ਜਿਹੜਾ ਹੁੰਦਾ ਉਹ ਬੈਲੈਂਸ ਆਫ ਪੇਮੈਂਟ ਹੁੰਦਾ। ਹੁਣ ਕੁਐਸਚਨ ਇਹ ਹੈ ਕਿ ਬੈਲੈਂਸ ਆਫ ਪੇਮੈਂਟ ਦੇ ਵਿੱਚ ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਦਾ ਰਿਕਾਰਡ ਹੁੰਦਾ। ਵਿਜ਼ੀਬਲ ਆਈਟਮਸ ਕੀ ਹੁੰਦੀਆਂ? ਉਹ ਸਾਰੀਆਂ ਗੁੱਡਸ ਜਿਨ੍ਹਾਂ ਦਾ ਨੂੰ ਅਸੀਂ ਟੱਚ ਕਰ ਸਕਦੇ ਹਾਂ, ਅਸੀਂ ਦੇਖ ਸਕਦੇ ਹਾਂ, ਉਹ ਵਿਜ਼ੀਬਲ ਗੁੱਡਸ ਹੁੰਦੀਆਂ। ਉਹ ਸਾਰੀਆਂ ਸਰਵਿਸਿਜ਼ ਜਿਨ੍ਹਾਂ ਨੂੰ ਨਾ ਤਾਂ ਅਸੀਂ ਦੇਖ ਸਕਦੇ ਹਾਂ ਨਾ ਟੱਚ ਕਰ ਸਕਦੇ ਹਾਂ, ਉਹ ਸਰਵਿਸਿਜ਼ ਕਹਾਉਂਦੀਆਂ, ਇਨਵਿਜ਼ੀਬਲ ਗੁੱਡਸ ਕਹਾਉਂਦੀਆਂ। ਅਤੇ ਤੀਸਰਾ ਕੈਪੀਟਲ ਟਰਾਂਸਫਰਸ ਜਿਹੜੀਆਂ, ਉਹ ਇਹਦੇ ਵਿੱਚ ਪੂੰਜੀ ਸੰਧੀ ਲੈਣ ਦੇਣ ਜਿਹੜਾ ਉਹ ਹੁੰਦਾ। ਔਰ ਇਹਨਾਂ ਵਿਜ਼ੀਬਲ ਗੁੱਡਸ, ਇਨਵਿਜ਼ੀਬਲ ਗੁੱਡਸ ਅਤੇ ਇਨਵਿਜ਼ੀਬਲ ਆਈਟਮਸ ਵੀ ਕਹਿ ਸਕਦੇ ਹਾਂ, ਅਤੇ ਕੈਪੀਟਲ ਟਰਾਂਸਫਰਸ, ਤਿੰਨਾਂ ਦੇ 1 ਸਾਲ ਜਾਂ ਇੱਕ ਫਿਕਸ ਪੀਰੀਅਡ ਜਿਹੜਾ ਵੀ ਰੱਖਿਆ ਜਾਂਦਾ, ਆਮ ਕਰਕੇ 1 ਸਾਲ ਹੁੰਦਾ। ਉਹਦੇ ਇੰਪੋਰਟ ਦਾ ਅਤੇ ਐਕਸਪੋਰਟ ਦਾ ਰਿਕਾਰਡ, ਉਹਦੇ ਇੰਪੋਰਟ ਅਤੇ ਐਕਸਪੋਰਟ ਦਾ ਰਿਕਾਰਡ ਜਿਹੜਾ ਹੁੰਦਾ ਉਹ ਬੈਲੈਂਸ ਆਫ ਪੇਮੈਂਟ ਹੁੰਦਾ। ਜਦੋਂ ਵੀ ਕੋਈ ਬਿਜ਼ਨਸਮੈਨ, ਜਦੋਂ ਵੀ ਕੋਈ ਬੰਦਾ, ਜਦੋਂ ਵੀ ਕੋਈ ਇੰਡੀਵਿਜੂਅਲ ਕੋਈ ਇੰਪੋਰਟ ਅਤੇ ਐਕਸਪੋਰਟ ਕਰਦਾ ਆ, ਤਾਂ ਉਹਨੇ ਬਾਅਦ ਵਿੱਚ ਬੈਲੈਂਸ ਕੱਢਣਾ ਪੈਂਦਾ ਹੈ ਕਿ ਉਹਨੂੰ ਪਤਾ ਲੱਗ ਸਕੇ ਕਿ ਉਹਦੇ, ਕਿਉਂਕਿ ਜਦੋਂ ਉਹਨੇ ਇੰਪੋਰਟ ਕੀਤਾ ਅਤੇ ਉਹਦੀ ਉਹਨੇ ਪੇਮੈਂਟ ਕੀਤੀ ਹੈ ਅਤੇ ਭੁਗਤਾਨ ਕੀਤਾ ਹੈ, ਅਤੇ ਜਦੋਂ ਉਹਨੇ ਐਕਸਪੋਰਟ ਕੀਤਾ ਉਹਦੀ ਉਹਨੂੰ ਪੇਮੈਂਟ ਆਈ ਹੈ, ਮਤਲਬ ਉਹਦੀ ਪ੍ਰਾਪਤੀ ਹੈ, ਉਹਦੀ ਰਸੀਟ ਹੈ, ਉਹਦੇ ਪੇਮੈਂਟਸ ਦਾ, ਉਹਦੀਆਂ ਰਸੀਟਸ ਦਾ ਜੋ ਰਿਕਾਰਡ ਹੈ ਉਹ ਕੱਢਣਾ ਪੈਂਦਾ ਹੈ। ਔਰ ਇਹ ਜਿਹੜੀਆਂ ਰਸੀਟਸ ਜਿਹੜੀਆਂ ਹੈਗੀਆਂ, ਹੁਣ ਇਹ ਵੀ ਹੈ ਕਿ ਜੇ ਤੁਹਾਡੀ ਪੇਮੈਂਟ ਜ਼ਿਆਦਾ ਹੋਈ ਹੈ ਅਤੇ ਤੁਹਾਡੀ ਜਿਹੜੀ ਇਨਕਮ ਘੱਟ ਆਈ ਆ, ਮਤਲਬ ਤੁਹਾਡੇ ਇੱਕ ਤਰ੍ਹਾਂ ਨਾਲ ਜੇ ਆਪਾਂ ਕਹੀਏ ਇੰਪੋਰਟ ਜਿਹੜੇ ਆ ਉਹ ਜ਼ਿਆਦਾ ਹੋ ਗਏ, ਐਕਸਪੋਰਟ ਘੱਟ ਹੋਏ ਆ, ਅਤੇ ਉਹ ਨੈਗੇਟਿਵ ਵੀ ਹੋ ਸਕਦਾ ਹੈ। ਜੇ ਤੁਹਾਡੇ ਐਕਸਪੋਰਟ ਜ਼ਿਆਦਾ ਹੈ ਤਾਂ ਪੋਜ਼ੀਟਿਵ ਵੀ ਹੋ ਸਕਦਾ ਹੈ। ਅਤੇ ਇਸ ਧਾਰਨਾ ਨੂੰ, ਇਹਨਾਂ ਤਿੰਨਾਂ ਤਿੰਨ ਸਥਿਤੀਆਂ ਹੁੰਦੀਆਂ ਇਹਦੀਆਂ, ਇਕੁਇਲੀਬਰੀਅਮ ਹੋ ਸਕਦਾ, ਡਿਸਇਕੁਇਲੀਬਰੀਅਮ ਹੋ ਸਕਦਾ, ਅਤੇ ਇਕੁਇਲੀਬਰੀਅਮ ਵੀ ਫੇਵਰੇਬਲ ਅਤੇ ਅਨਫੇਵਰੇਬਲ ਜਿਹੜਾ ਡਿਸਇਕੁਇਲੀਬਰੀਅਮ, ਇਹ ਦੋ ਕੇਸ ਹੋ ਸਕਦੇ। ਇਕੁਇਲੀਬਰੀਅਮ, ਇੰਪੋਰਟ ਅਤੇ ਐਕਸਪੋਰਟ ਬਰਾਬਰ ਹੋਣ, ਇੰਪੋਰਟ ਅਤੇ ਐਕਸਪੋਰਟ ਦੇ ਵਿੱਚੋਂ ਤੁਹਾਡੇ ਐਕਸਪੋਰਟਸ ਜ਼ਿਆਦਾ ਹੋਣ ਅਤੇ ਫੇਵਰੇਬਲ, ਇੰਪੋਰਟਸ ਜ਼ਿਆਦਾ ਹੋਣ ਅਤੇ ਅਨਫੇਵਰੇਬਲ, ਇਹ 3 ਕੇਸਿਸ ਆ ਜਿਹੜੇ ਹੋ ਸਕਦੇ ਹੁੰਦੇ ਆ। ਪਰ ਇਸੀ ਧਾਰਨਾ ਨੂੰ ਭੁਗਤਾਨ ਸੰਤੁਲਨ ਦੇ ਵਿੱਚ, ਜਿਹੜਾ ਬੈਲੈਂਸ ਆਫ ਪੇਮੈਂਟ ਹੈ ਇਹਦੇ ਵਿੱਚ, ਇਸ ਧਾਰਨਾ ਨੂੰ ਬੈਲੈਂਸ ਆਫ ਪੇਮੈਂਟ ਅਸਲ 'ਚ ਕਹਿੰਦੇ ਆ ਆਪਾਂ, ਜਿਹਦੇ 'ਚ 3 ਸਥਿਤੀਆਂ ਜਿਹੜੀਆਂ ਹੋ ਸਕਦੀਆਂ ਹੁੰਦੀਆਂ ਆ। ਔਰ ਕੈਂਡਲਬਰਗਰ ਨੇ ਕਿਹਾ ਸੀਗਾ ਕਿ ਬੈਲੈਂਸ ਆਫ ਪੇਮੈਂਟ ਆਫ ਅ ਕੰਟਰੀ ਇਜ਼ ਅ ਸਿਸਟਮੈਟਿਕ ਰਿਕਾਰਡ ਆਫ ਆਲ ਇਕਨੋਮਿਕ ਟ੍ਰਾਂਜੈਕਸ਼ਨਸ ਬਿਟਵੀਨ ਇਟਸ ਰੈਜ਼ੀਡੈਂਟਸ ਐਂਡ ਰੈਜ਼ੀਡੈਂਟਸ ਆਫ ਦੀ ਫੋਰਨ ਕੰਟਰੀਜ਼। ਇੱਕ ਦੇਸ਼ ਦਾ ਭੁਗਤਾਨ ਸੰਤੁਲਨ ਉਸ ਦੇਸ਼ ਦੇ ਨਿਵਾਸੀਆਂ ਅਤੇ ਵਿਦੇਸ਼ੀਆਂ ਵਿਚਕਾਰ ਕੀਤੇ ਗਏ ਆਰਥਿਕ ਸੌਦਿਆਂ ਦਾ ਤਰਤੀਬਬੱਧ ਜਿਹੜਾ ਲੇਖਾ ਉਹ ਹੁੰਦਾ। ਔਰ ਹੁਣ ਅਸੀਂ ਕਰਾਂਗੇ ਇਹਦੇ ਫੀਚਰਸ। ਸਭ ਤੋਂ ਪਹਿਲਾਂ ਫੀਚਰਸ ਕਰ ਲੈਂਦੇ ਆ। ਫੀਚਰਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਸਿਸਟੇਮੈਟਿਕ ਰਿਕਾਰਡ। ਇਹ ਸਿਸਟੇਮੈਟਿਕ ਰਿਕਾਰਡ ਹੁੰਦਾ ਇੰਪੋਰਟ ਅਤੇ ਐਕਸਪੋਰਟ ਦਾ, ਗੁੱਡਸ, ਇਨਵਿਜ਼ੀਬਲ ਆਈਟਮਸ, ਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਪੋਰਟਸ ਅਤੇ ਇੰਪੋਰਟ ਐਕਸਪੋਰਟ ਦਾ ਸਿਸਟੇਮੈਟਿਕ ਰਿਕਾਰਡ ਹੁੰਦਾ ਇਹ। ਔਰ ਫਿਕਸਡ ਪੀਰੀਅਡ ਆਫ ਟਾਈਮ ਹੁੰਦਾ ਇਹਦਾ। ਇਹਦੀ ਇੱਕ ਜਿਹੜੀ ਮਿਆਦ ਆ ਉਹ ਨਿਸ਼ਚਿਤ ਹੁੰਦੀ, ਆਮ ਕਰਕੇ 1 ਸਾਲ। ਉਸ ਪੀਰੀਅਡ ਦੇ ਵਿੱਚ ਹੋਏ ਰਸੀਟਸ ਅਤੇ ਪੇਮੈਂਟਸ ਜਿਹੜੀਆਂ ਇੰਪੋਰਟਸ ਅਤੇ ਐਕਸਪੋਰਟ ਦਾ ਰਿਕਾਰਡ ਹੋਏਗਾ ਇਹ। ਫਿਰ ਉਸ ਤੋਂ ਬਾਅਦ ਇਹ ਕੰਪਰੀਹੈਂਸਿਵ ਆ, ਇਹਦੇ 'ਚ ਵਿਆਪਕਤਾ ਆ। ਮੀਨਸ ਇਹਦੇ ਵਿੱਚ ਸਿਰਫ ਇਹ ਨਹੀਂ ਕਿ ਇੰਪੋਰਟ ਐਕਸਪੋਰਟ ਦਾ ਰਿਕਾਰਡ ਹੁੰਦਾ, ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਦੇ ਇੰਪੋਰਟ ਐਕਸਪੋਰਟ ਦਾ ਰਿਕਾਰਡ ਹੋਏਗਾ। ਉਸ ਤੋਂ ਬਾਅਦ ਡਬਲ ਐਂਟਰੀ ਸਿਸਟਮ, ਦੋਹਰਾ ਲੇਖਾਂਕਨ ਪ੍ਰਣਾਲੀ ਕਹਿੰਦੇ ਆ। ਇਹਦੇ ਵਿੱਚ ਉਹਦੇ ਆਧਾਰ ਦੇ ਉੱਤੇ ਹੀ ਐਂਟਰੀਜ਼ ਕੀਤੀਆਂ ਜਾਂਦੀਆਂ। ਉਸ ਤੋਂ ਬਾਅਦ ਸੈਲਫ ਬੈਲੈਂਸਡ ਹੁੰਦਾ, ਮੀਨਸ ਜਦੋਂ ਇਹਦੀ ਐਂਡ ਦੇ ਵਿੱਚ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਤਾਂ ਇਹਨੂੰ ਹਮੇਸ਼ਾ ਸੰਤੁਲਨ ਦੇ ਵਿੱਚ ਹੀ ਰੱਖਿਆ ਜਾਂਦਾ। ਉਸ ਤੋਂ ਬਾਅਦ
ਐਡਜਸਟਮੈਂਟ ਆਫ ਡਿਫਰੈਂਸਿਸ। ਅਸਲ ਦੇ ਵਿੱਚ ਜਦੋਂ ਇਹਦਾ ਰਿਕਾਰਡ ਤਿਆਰ ਕੀਤਾ ਜਾਂਦਾ ਤਾਂ ਇਸ ਨੂੰ ਐਂਡ ਦੇ ਵਿੱਚ ਐਡਜਸਟਮੈਂਟਸ ਜਿਹੜੀਆਂ ਕਰਕੇ ਇਕੁਲੀਬਰੀਅਮ ਦੇ ਵਿੱਚ ਲਿਆਂਦਾ ਜਾਂਦਾ ਔਰ ਇਹਦੇ ਵਿੱਚ ਸਾਰੀਆਂ ਆਈਟਮਸ ਹੁੰਦੀਆਂ ਗੌਰਮੈਂਟ ਅਤੇ ਨਾਨ ਗੌਰਮੈਂਟ, ਕਿਉਂਕਿ ਤੁਹਾਡਾ ਜਿਹੜਾ ਇੰਪੋਰਟ ਅਤੇ ਐਕਸਪੋਰਟ ਆ ਜ਼ਰੂਰੀ ਨਹੀਂ ਹੈ ਕਿ ਸਿਰਫ ਗੌਰਮੈਂਟ ਹੀ ਕਰਦੀ ਹੈ। ਗੌਰਮੈਂਟ ਅਤੇ ਨਾਨ ਗੌਰਮੈਂਟ ਏਜੰਸੀ ਸਾਰੀਆਂ ਜਿਹੜੀਆਂ ਇੰਪੋਰਟ ਐਂਡ ਐਕਸਪੋਰਟ ਕਰਦੀਆਂ ਔਰ ਇਹਨਾਂ ਦੋਨਾਂ ਦਾ ਜਿਹੜਾ ਰਿਕਾਰਡ ਆ ਉਹ ਹੁੰਦਾ ਬੈਲੈਂਸ ਆਫ ਪੇਮੈਂਟ। ਉਸ ਤੋਂ ਬਾਅਦ ਬੈਲੈਂਸ ਆਫ ਪੇਮੈਂਟ ਦੇ ਕਿਹੜੇ ਕਿਹੜੇ ਪਾਰਟਸ ਆ। ਬੈਲੈਂਸ ਆਫ ਪੇਮੈਂਟ ਦੇ 3 ਪਾਰਟਸ ਹੁੰਦੇ ਆ, ਕਰੰਟ ਅਕਾਊਂਟ, ਕੈਪੀਟਲ ਅਕਾਊਂਟ ਅਤੇ ਓਵਰਆਲ ਬੈਲੈਂਸ ਆਫ ਪੇਮੈਂਟਸ। ਕਰੰਟ ਅਕਾਊਂਟ ਦੇ ਬੈਲੈਂਸ ਆਫ ਪੇਮੈਂਟ ਦਾ ਇੱਕ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੇ ਐਕਚੁਅਲ ਪੇਮੈਂਟਸ ਐਂਡ ਰਸੀਟਸ ਆ ਉਹਨਾਂ ਦਾ ਲਿਖਾ ਹੁੰਦਾ। ਇਹਦੇ ਵਿੱਚ ਵਿਜ਼ੀਬਲ ਅਤੇ ਇਨਵਿਜ਼ੀਬਲ ਦੋਨਾਂ ਤਰ੍ਹਾਂ ਦੀਆਂ ਜਿਹੜੀਆਂ ਆਈਟਮਸ ਆ ਉਹਨਾਂ ਦੇ ਇੰਪੋਰਟ ਅਤੇ ਐਕਸਪੋਰਟ ਨੂੰ ਜਿਹੜਾ ਦਿਖਾਇਆ ਜਾਂਦਾ ਔਰ ਇਹਨੂੰ ਚਾਲੂ ਖਾਤਾ ਕਹਿੰਦੇ ਆ। ਚਾਲੂ ਖਾਤੇ ਦੇ ਲੈਣ ਦੇਣ ਨੂੰ ਵਾਸਤਵਿਕ ਲੈਣ ਦੇਣ ਵੀ ਕਿਹਾ ਜਾਂਦਾ, ਕਿਉਂਕਿ ਇਹਦੇ ਵਿੱਚ ਸਿਰਫ ਉਹੀ ਆਈਟਮਸ ਸ਼ਾਮਿਲ ਕੀਤੀਆਂ ਜਾਂਦੀਆਂ ਜਿਹੜੀਆਂ ਐਕਚੁਅਲੀ ਟਰਾਂਸਫਰ ਹੋਈਆਂ ਹੋਣ। ਅਤੇ ਇਹਨੂੰ ਇਸ ਤਰ੍ਹਾਂ ਹੁੰਦਾ, ਚਾਲੂ ਖਾਤੇ ਦਾ ਭੁਗਤਾਨ ਕਿੱਦਾਂ ਆਉਂਦਾ, ਵਿਜ਼ੀਬਲ ਅਤੇ ਇਨਵਿਜ਼ੀਬਲ ਗੁਡਸ ਦਾ ਆਈਟਮਸ ਦਾ ਇੰਪੋਰਟ ਮਾਈਨਸ ਵਿਜ਼ੀਬਲ ਅਤੇ ਇਨਵਿਜ਼ੀਬਲ ਆਈਟਮਸ ਦਾ ਐਕਸਪੋਰਟ, ਇਸ ਤਰ੍ਹਾਂ ਕਰਕੇ ਕੱਢਿਆ ਜਾਂਦਾ। ਉਸ ਤੋਂ ਬਾਅਦ ਵਿਜ਼ੀਬਲ ਇਨਵਿਜ਼ੀਬਲ ਆਈਟਮਸ ਦਾ ਐਕਸਪੋਰਟ ਮਾਈਨਸ ਵਿਜ਼ੀਬਲ ਇਨਵਿਜ਼ੀਬਲ ਗੁਡਸ ਦਾ ਇੰਪੋਰਟ। ਉਸ ਤੋਂ ਬਾਅਦ ਸੈਕਿੰਡ ਹੈਗਾ ਕੈਪੀਟਲ ਅਕਾਊਂਟ। ਪੂੰਜੀ ਖਾਤਾ ਵਿੱਤੀ ਲੈਣ ਦੇਣ ਨਾਲ ਸੰਬੰਧਿਤ ਹੁੰਦਾ। ਇਸ ਦੇ ਵਿੱਚ ਸਾਰੇ ਸ਼ਾਰਟ ਪੀਰੀਅਡ ਅਤੇ ਲੌਂਗ ਪੀਰੀਅਡ ਜਿਹੜੇ ਕੈਪੀਟਲ ਟਰਾਂਸਫਰਸ ਜਾਂ ਸੋਨੇ ਦਾ ਲੈਣ ਦੇਣ ਜਾਂ ਨਿੱਜੀ ਭੁਗਤਾਨ ਜਿਹੜੇ ਆ ਉਹ ਸ਼ਾਮਿਲ ਕੀਤੇ ਜਾਂਦੇ ਆ। ਇਸ ਦਾ ਦੇਸ਼ ਦੀ ਆਮਦਨ ਦੇ ਉੱਤੇ, ਦੇਸ਼ ਦੇ ਰੁਜ਼ਗਾਰ ਦੇ ਉੱਤੇ, ਦੇਸ਼ ਦੇ ਪ੍ਰੋਡਕਸ਼ਨ ਦੇ ਉੱਤੇ ਕੋਈ ਵੀ ਡਾਇਰੈਕਟ ਇੰਪੈਕਟ ਜਿਹੜਾ ਉਹ ਨਹੀਂ ਪੈ ਰਿਹਾ ਹੁੰਦਾ। ਨੈਕਸਟ ਹੈਗਾ ਓਵਰਆਲ ਬੈਲੈਂਸ ਆਫ ਪੇਮੈਂਟ। ਓਵਰਆਲ ਬੈਲੈਂਸ ਆਫ ਪੇਮੈਂਟ ਜਿਹੜੇ ਤੁਹਾਡੇ ਫਸਟ ਅਕਾਊਂਟ ਆ, 2 ਕਰੰਟ ਅਕਾਊਂਟ ਅਤੇ ਕੈਪੀਟਲ ਅਕਾਊਂਟ, ਦੋਨਾਂ ਨੂੰ ਜੋੜ ਕੇ ਇੱਕ ਓਵਰਆਲ ਬੈਲੈਂਸ ਆਫ ਪੇਮੈਂਟ ਦਿਖਾਇਆ ਜਾਂਦਾ ਔਰ ਜਿਹੜਾ ਓਵਰਆਲ ਬੈਲੈਂਸ ਆਫ ਪੇਮੈਂਟ ਹੁੰਦਾ ਉਹ ਹਮੇਸ਼ਾ ਹੀ ਇਕੁਲੀਬਰੀਅਮ 'ਚ ਹੁੰਦਾ। ਇਸ ਦੇ ਵਿੱਚ ਪੂੰਜੀ ਖਾਤੇ ਦੇ ਘਾਟੇ ਦੇ ਨਾਲ ਚਾਲੂ ਖਾਤੇ ਦੇ ਘਾਟੇ ਨੂੰ ਪੂਰਾ ਕਰ ਦਿੱਤਾ ਜਾਂਦਾ ਔਰ ਇਹ ਡੈਫੀਸਿਟ ਜਾਂ ਸਰਪਲਸ ਜਿਹੜਾ ਹੋ ਸਕਦਾ, ਪਰ ਇਹਨੂੰ ਐਂਡ ਦੇ ਵਿੱਚ ਦਿਖਾਇਆ ਜਿਹੜਾ ਆ ਉਹ ਇਕੁਲੀਬਰੀਅਮ ਦੇ ਵਿੱਚ ਹੀ ਜਾਂਦਾ। ਉਸ ਤੋਂ ਬਾਅਦ ਅੱਗੇ ਹੈਗਾ ਫੀਚਰਸ ਆਪਾਂ ਕਰ ਚੁੱਕੇ ਹਾਂ। ਬੈਲੈਂਸ ਆਫ ਟਰੇਡ ਕੀ ਆ, ਕਿਉਂਕਿ ਅੱਗੇ ਜਾ ਕੇ ਜਿਹੜਾ ਟੌਪਿਕ ਆ ਬੈਲੈਂਸ ਆਫ ਟਰੇਡ ਦੇ ਨਾਲ ਡਿਫਰੈਂਸ ਹੈ। ਅਤੇ ਬੈਲੈਂਸ ਆਫ ਟਰੇਡ ਹੈ ਕੀ, ਜਿੱਦਾਂ ਆਪਾਂ ਕਿਹਾ ਬੈਲੈਂਸ ਆਫ ਪੇਮੈਂਟ ਨੂੰ ਆਪਾਂ BOP ਕਹਿ ਦਿੰਦੇ ਆਮ ਕਰਕੇ, BOP, ਅਤੇ ਬੈਲੈਂਸ ਆਫ ਟਰੇਡ ਨੂੰ BOT ਕਹਿ ਦਿੰਦੇ ਹਾਂ। ਜਿੱਦਾਂ BOP ਕੀ ਸੀਗਾ, ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਦੇ ਇੰਪੋਰਟ ਐਕਸਪੋਰਟ ਦਾ 1 ਈਅਰ ਰਿਕਾਰਡ, 1 ਈਅਰ ਰਿਕਾਰਡ 1 ਸਾਲ ਦਾ ਰਿਕਾਰਡ। ਅਤੇ ਬੈਲੈਂਸ ਆਫ ਟਰੇਡ ਆ ਜਿਹੜਾ ਇਹ ਕੀ ਹੁੰਦਾ, ਸਿਰਫ ਅਤੇ ਸਿਰਫ ਵਿਜ਼ੀਬਲ ਆਈਟਮਸ 'ਤੇ 1 ਸਾਲ ਦੇ ਇੰਪੋਰਟ ਅਤੇ ਐਕਸਪੋਰਟ ਦਾ ਰਿਕਾਰਡ। Balance of trade of a country is the relation over a period of time between the values of the exports and values of the imports. Visible items ਦੇ import ਤੇ export ਦਾ ਜਿਹੜਾ 1 ਸਾਲ ਦਾ ਰਿਕਾਰਡ ਹੁੰਦਾ। ਵਿਜ਼ੀਬਲ ਆਈਟਮਸ ਜਿਨ੍ਹਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਜਿਹੜੀਆਂ ਵਿਜ਼ੀਬਲ ਹੁੰਦੀਆਂ ਨੂੰ ਤੁਸੀਂ ਬੈਲੈਂਸ ਆਫ ਟਰੇਡ ਕਹਿੰਦੇ ਹੋ। ਬੈਲੈਂਸ ਆਫ ਟਰੇਡ ਆ ਜਿਹੜਾ ਉਹ 3 ਤਰ੍ਹਾਂ ਦਿਖਾਇਆ ਜਾਂਦਾ। ਸਰਪਲਸ ਔਰ ਫੇਵਰੇਬਲ ਬੈਲੈਂਸ ਆਫ ਟਰੇਡ, ਜੇਕਰ ਤੁਹਾਡੇ ਜਿਹੜੇ ਫੋਰਨ ਕੰਟਰੀਜ਼ ਨੂੰ ਤੁਸੀਂ ਭੇਜਦੇ ਪਏ ਹੋ ਐਕਸਪੋਰਟ ਆ, ਨਿਰਯਾਤ ਆ, ਜਿਹੜੇ ਤੁਸੀਂ ਮੰਗਵਾਉਂਦੇ ਪਏ ਹੋ ਇੰਪੋਰਟਸ ਆ, ਜੇ ਤੁਹਾਡੇ ਐਕਸਪੋਰਟਸ ਇੰਪੋਰਟਸ ਤੋਂ ਜ਼ਿਆਦਾ ਹੋਣਗੇ ਤਾਂ ਉਹ ਫੇਵਰੇਬਲ ਬੈਲੈਂਸ ਆਫ ਟਰੇਡ ਹੋਏਗਾ। ਜੇ ਤੁਹਾਡੇ ਇੰਪੋਰਟਸ ਜ਼ਿਆਦਾ ਹੋਣਗੇ ਐਕਸਪੋਰਟ ਦੇ ਨਾਲੋਂ, ਮੀਨਸ ਤੁਸੀਂ ਮੰਗਵਾਉਂਦੇ ਜ਼ਿਆਦਾ ਪਏ ਹੋ, ਭੇਜਦੇ ਘੱਟ ਪਏ ਹੋ, ਅਤੇ ਉਹ ਅਨਫੇਵਰੇਬਲ ਹੋਏਗਾ। ਜੇ ਇੰਪੋਰਟ ਅਤੇ ਐਕਸਪੋਰਟ ਬਰਾਬਰ ਆ ਤਾਂ ਇੰਪੋਰਟ ਇਜ਼ ਇਕੁਅਲ ਟੂ ਐਕਸਪੋਰਟ ਆ ਤਾਂ ਉਹ ਇਕੁਲੀਬਰੀਅਮ ਜਿਹੜਾ ਹੋਏਗਾ ਬੈਲੈਂਸ ਆਫ ਟਰੇਡ ਦਾ, ਇਕੁਲੀਬਰੀਅਮ ਇਨ ਬੈਲੈਂਸ ਆਫ ਟਰੇਡ ਉਸ ਨੂੰ ਅਸੀਂ ਕਹਾਂਗੇ। ਮੀਨਸ ਜਿੱਥੇ ਇੰਪੋਰਟ ਜ਼ਿਆਦਾ ਆ ਉਹ ਅਨਫੇਵਰੇਬਲ ਆ, ਡੈਫੀਸਿਟ ਆ, ਘਾਟੇ 'ਚ ਜਾਏਗਾ। ਜਿੱਥੇ ਐਕਸਪੋਰਟਸ ਜ਼ਿਆਦਾ ਆ ਉਹ ਫਸਟ ਵਾਲਾ ਫੇਵਰੇਬਲ ਕੇਸ ਆ, ਇਹ ਵਾਧੇ ਦਾ ਹੋਏਗਾ, ਸਰਪਲਸ ਹੋਏਗਾ ਇੱਥੇ, ਔਰ ਇਹ ਪੋਜ਼ੀਟਿਵ ਹੋਏਗਾ ਕਿਸੇ ਵੀ ਕੰਟਰੀ ਲਈ। ਔਰ ਇਕੁਲੀਬਰੀਅਮ ਦੇ ਵਿੱਚ ਤਾਂ ਦੋਨੋਂ ਜਿਹੜੇ ਬੈਲੈਂਸ 'ਚ ਹੋਣਗੇ, ਇੰਪੋਰਟ ਇਜ਼ ਇਕੁਅਲ ਟੂ ਐਕਸਪੋਰਟ ਹੋਏਗਾ। ਨੈਕਸਟ ਹੈਗਾ ਡਿਫਰੈਂਸ ਬਿਟਵੀਨ ਦੀ ਬੈਲੈਂਸ ਆਫ ਟਰੇਡ ਐਂਡ ਬੈਲੈਂਸ ਆਫ ਪੇਮੈਂਟ। ਦੇਖੋ ਡਿਫਰੈਂਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਲਿਖਦੇ ਹੁੰਦੇ ਆਪਾਂ ਕਿ ਬੈਲੈਂਸ ਆਫ ਟਰੇਡ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ, ਕਿਉਂਕਿ ਬੈਲੈਂਸ ਆਫ ਟਰੇਡ ਕੀ ਆ, ਵਿਜ਼ੀਬਲ ਆਈਟਮਸ ਅਤੇ ਇੰਪੋਰਟ ਐਕਸਪੋਰਟ ਦਾ 1 ਈਅਰ ਰਿਕਾਰਡ। ਔਰ ਬੈਲੈਂਸ ਆਫ ਪੇਮੈਂਟ ਕੀ ਆ, ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਦੇ ਇੰਪੋਰਟ ਐਂਡ ਐਕਸਪੋਰਟ ਦਾ 1 ਈਅਰ ਰਿਕਾਰਡ। ਅਤੇ
ਜੇ ਇਸ ਲਈ ਦੇਖੋ ਬੈਲੈਂਸ ਆਫ ਪੇਮੈਂਟ ਦੇ ਵਿੱਚ ਅਸੀਂ ਬੈਲੈਂਸ ਆਫ ਟਰੇਡ ਦੀ ਗੱਲ ਵੀ ਕੀਤੀ ਨਾ, ਵਿਜ਼ੀਬਲ ਗੁੱਡਸ ਉਹ 'ਚ ਵੀ ਆਈਆਂ। ਇਸ ਲਈ ਬੈਲੈਂਸ ਆਫ ਟਰੇਡ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ। ਇਸ ਲਈ ਬੈਲੈਂਸ ਪਹਿਲਾਂ ਤਾਂ ਇਹ ਹੋ ਗਿਆ। ਦੂਸਰਾ ਬੈਲੈਂਸ ਆਫ ਟਰੇਡ ਇੱਕ ਛੋਟਾ ਕੰਸੈਪਟ ਆ ਅਤੇ ਬੈਲੈਂਸ ਆਫ ਪੇਮੈਂਟ ਇੱਕ ਵੱਡਾ ਕੰਸੈਪਟ ਆ, ਕਿਉਂਕਿ ਬੈਲੈਂਸ ਆਫ ਟਰੇਡ ਦੇ ਵਿੱਚ ਬੈਲੈਂਸ ਆਫ ਪੇਮੈਂਟ ਵੀ ਆਉਂਦਾ। ਫਿਰ ਇਹੀ ਆਏਗਾ ਕਿ ਬੈਲੈਂਸ ਆਫ ਟਰੇਡ ਦੇ ਵਿੱਚ ਸਿਰਫ ਅਤੇ ਸਿਰਫ ਵਿਜ਼ੀਬਲ ਗੁੱਡਸ ਦੀ ਗੱਲ ਹੁੰਦੀ ਹੈ, ਉਹਨਾਂ ਦੇ ਇੰਪੋਰਟ ਅਤੇ ਐਕਸਪੋਰਟਸ ਦਾ ਰਿਕਾਰਡ ਹੋਏਗਾ ਇਹ। ਔਰ ਬੈਲੈਂਸ ਆਫ ਪੇਮੈਂਟ ਦੇ ਵਿੱਚ ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਅਤੇ ਇੰਪੋਰਟ ਅਤੇ ਐਕਸਪੋਰਟ ਦਾ ਰਿਕਾਰਡ ਆਏਗਾ। ਫਿਰ ਜਿਹੜਾ ਬੈਲੈਂਸ ਆਫ ਟਰੇਡ ਆ ਉਹਦੇ 3 ਕੇਸ ਹੋ ਸਕਦੇ। ਉਹ ਸਰਪਲਸ ਹੋ ਸਕਦਾ, ਉਹ ਡੈਫੀਸਿਟ ਹੋ ਸਕਦਾ। ਮੀਨਸ ਉਹ ਫੇਵਰੇਬਲ ਹੋ ਸਕਦਾ, ਉਹ ਅਨਫੇਵਰੇਬਲ ਹੋ ਸਕਦਾ, ਜਾਂ ਉਹ ਇਕੁਲੀਬਰੀਅਮ 'ਚ ਆ ਸਕਦਾ। ਪਰ ਬੈਲੈਂਸ ਆਫ ਪੇਮੈਂਟ ਜਿਹੜਾ ਹਮੇਸ਼ਾ ਐਂਡ ਦੇ ਵਿੱਚ ਇਕੁਲੀਬਰੀਅਮ ਦੇ ਵਿੱਚ ਹੀ ਸ਼ੋ ਕੀਤਾ ਜਾਂਦਾ। ਔਰ ਜਿਹੜਾ ਬੈਲੈਂਸ ਆਫ ਟਰੇਡ ਦਾ ਘਾਟਾ ਆ ਉਹਨੂੰ ਬੈਲੈਂਸ ਆਫ ਪੇਮੈਂਟ ਦੇ ਵਿੱਚ ਇਕੁਲੀਬਰੀਅਮ ਦੇ ਵਿੱਚ ਲੈ ਆਂਦਾ ਜਾਂਦਾ। ਵਪਾਰ ਸੰਤੁਲਨ ਦੇ ਪ੍ਰਤੀਕੂਲ ਹੋਣ 'ਤੇ ਉਸ ਦੇ ਘਾਟੇ ਨੂੰ ਭੁਗਤਾਨ ਸੰਤੁਲਨ ਰਾਹੀਂ ਪੂਰਾ ਕੀਤਾ ਜਾ ਸਕਦਾ। ਆਰਥਿਕ ਵਿਸ਼ਲੇਸ਼ਣ ਦੀ ਦ੍ਰਿਸ਼ਟੀ ਤੋਂ ਹਾਂ ਮੈਂ ਰੋਕ ਲੈਣਾ। ਔਰ ਆਰਥਿਕ ਵਿਸ਼ਲੇਸ਼ਣ ਇਕਨੋਮਿਕ ਐਨਾਲਿਸਿਸ ਦੇ ਪੁਆਇੰਟ ਆਫ ਵਿਊ ਤੋਂ ਬੈਲੈਂਸ ਆਫ ਟਰੇਡ ਦੇ ਜਿਹੜਾ ਉਹ ਇੱਕ ਵੱਡੀ ਧਾਰਨਾ ਹੈ। ਇਸ ਲਈ ਉਹਦਾ ਮਹੱਤਵ ਜਿਹੜਾ ਉਹ ਬੈਲੈਂਸ ਆਫ ਪੇਮੈਂਟ ਦੇ ਨਾਲੋਂ ਜ਼ਿਆਦਾ ਹੈ। ਔਰ ਬੈਲੈਂਸ ਆਫ ਟਰੇਡ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ। ਇਸ ਦੇ ਨਾਲ ਸਾਡਾ ਇਹ ਕੰਸੈਪਟ ਜਿਹੜਾ ਇੱਥੇ ਕੰਪਲੀਟ ਹੁੰਦਾ। ਕੱਲ੍ਹ ਆਪਾਂ ਨੈਕਸਟ ਜਿਹੜਾ ਇਹਦਾ ਪਾਰਟ ਉਹ ਕਰਾਂਗੇ। ਥੈਂਕ ਯੂ ਸੋ ਮਚ।